ਕ੍ਰਿਸ਼ਨ ਚੰਦਰ ਦਾ ਨੋਵਲਟ ਗੱਦਾਰ ਦਾ 6ਵਾਂ ਅੰਕ। ਭੀੜ ਦੀ ਜਿਸ ਟੋਲੀ ਨਾਲ ਮੈਂ ਤੁਰ ਰਿਹਾ ਸੀ ਉਹ ਇੱਕ ਪਾਸਿਓਂ ਪੂਰੇ ਕਾਫਲੇ ਦੀ ਅਗਵਾਈ ਕਰ ਰਹੀ ਸੀ। ਮੇਰੇ ਅੱਗੇ 4 ਹਿੰਦੂ ਨੌਜਵਾਨ ਆਪਣੇ ਬੁੱਢੇ ਪਿਓ ਨੂੰ ਮੰਜੀ ਤੇ ਲਾਸ਼ ਵਾਂਗ ਲੱਦੀ ਲਈ ਜਾ ਰਹੇ ਸੀ। ਤਰ੍ਹਾਂ ਤਰ੍ਹਾਂ ਦੀਆਂ ਗੰਢੜੀਆਂ ਪੋਟਲੀਆਂ ਇਸ ਮੰਜੀ ਤੇ ਉਸ ਬੁੱਢੇ ਦੇ ਆਸੇ-ਪਾਸੇ ਪਈਆਂ ਹੋਈਆਂ ਸਨ। ਮੇਰੇ ਐਨ ਸਾਹਮਣੇ ਇੱਕ ਸਿੱਖ ਢਾਠਾ ਬੰਨੀ ਛੁਰਾ ਹੱਥ 'ਚ ਫੜੀ ਆਪਣੀ ਬਸੰਤੋਂ ਨਾਲ ਤੁਰਿਆ ਜਾ ਰਿਹਾ ਸੀ। ਦੋਵਾਂ ਦੇ ਸਿਰ ਤੇ ਵੱਡੀਆਂ ਵੱਡੀਆਂ ਗੰਢੜੀਆਂ ਸਨ। ਮੇਰੇ ਪਿੱਛੇ ਇੱਕ ਗੱਡੀ ਆ ਰਹੀ ਸੀ। ਇਸ ਗੱਡੀ ਤੇ ਇੱਕ ਸਿੱਖ ਪਰਿਵਾਰ ਆਪਣੇ ਪੂਰੇ ਸਮਾਨ ਨਾਲ ਜੱਚਿਆ ਬੈਠਾ ਸੀ। ਉਹ ਲੋਕ ਚੰਗੀ ਹੈਸੀਅਤ ਦੇ ਜ਼ਿਮੀਂਦਾਰ ਲੱਗਦੇ ਸੀ। ਮੇਰੇ ਇੱਕ ਪਾਸੇ ਇੱਕ ਬੁੱਢਾ ਬਾਣੀਆਂ ਕਾਲੇ ਰੰਗ ਤੇ ਚਿੱਟੀਆਂ ਮੁੱਛਾਂ ਵਾਲਾ ਤੁਰ ਰਿਹਾ ਸੀ। ਉਹਨੇ ਆਪਣੀ ਧੋਤੀ ਗੋਡਿਆਂ ਤੋਂ ਉੱਪਰ ਕੱਸ ਕੇ ਬੰਨੀ ਹੋਈ ਸੀ ਤੇ ਉਹਦੀਆਂ ਲੱਤਾਂ ਦੀਆਂ ਨਸਾਂ ਇੱਕ ਮਜ਼ਬੂਤ ਮੱਛੀ ਜਾਲ ਬੁਣੀਆਂ ਹੋਈਆਂ ਦਿਖਾਈ ਦੇ ਰਹੀਆਂ ਸੀ। ਬੁੱਢੇ ਨੇ ਇੱਕ ਹੱਥ 'ਚ ਪੋਟਲੀ ਚੁੱਕੀ ਸੀ ਤੇ ਦੂਜੇ ਨਾਲ ਆਪਣੀ ਧੀ ਦਾ ਹੱਥ ਫੜਿਆ ਸੀ। ਧੀ ਬੜੀ ਸੋਹਣੀ ਸੀ। ਜਦੋਂ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਦੀਆਂ ਲੰਮੀਆਂ ਲੰਮੀਆਂ ਪਲਕਾਂ ਜਿਵੇਂ ਬੜੀ ਮੁਸ਼ਕਿਲ ਨਾਲ ਚੁੱਕ ਕੇ ਕਿਸੇ ਵੱਲ ਦੇਖਦੀ ਤਾਂ ਦੇਖਣ ਵਾਲੇ ਦਾ ਦਿਲ ਡੁੱਬਣ ਲੱਗਦਾ। ਉਹਦੀ ਸ਼ਰਮੀਲੀ ਉਦਾਸ ਸੁੰਦਰਤਾ 'ਚ ਇੱਕ ਅਨੋਖੀ ਕਿਸਮ ਦਾ ਬੁਲਾਵਾ ਸੀ ਤੇ ਭਰਪੂਰ ਜਵਾਨੀ ਨਾਲ ਲਚਕਦੀ ਹੋਈ ਚਾਲ 'ਚ ਅਜਿਹੀ ਖਿੱਚ ਸੀ ਜਿਵੇਂ ਉਹ ਖੁਦ ਕਿਧਰੇ ਭੱਜੀ ਨਾ ਜਾ ਰਹੀ ਹੋਵੇ ਬਲਕਿ ਲੋਕ ਉਹਦੇ ਪਿੱਛੇ ਭੱਜੇ ਆ ਰਹੇ ਹੋਣ। ਉਹ ਸਾਡੇ ਸਾਰਿਆਂ 'ਚ ਘਰੀਕ ਸ਼ਮਾ ਵਾਂਗ ਨਜ਼ਰ ਆ ਰਹੀ ਸੀ ਜਿਸ ਨਾਲ ਜ਼ਿੰਦਗੀ ਦਾ ਇਹ ਪੰਧ ਵੀ ਜਿਵੇਂ ਰੌਸ਼ਨ ਹੋ ਗਿਆ ਹੋਵੇ। ਹਰ ਆਦਮੀ ਕੁਣੱਖਾ ਜਿਹਾ ਉਸ ਵੱਲ ਵੇਖਦਾ ਤੇ ਫਿਰ ਅੱਗੇ ਤੁਰ ਪੈਂਦਾ। ਮੌਤ ਸਿਰ ਤੇ ਖੜੀ ਸੀ ਪਰ ਸੁੰਦਰਤਾ ਦੇ ਇਸ ਬੁਲਾਵੇ ਤੋਂ ਇਨਕਾਰ ਦੀ ਜੁਰਤ ਕਿਸੇ 'ਚ ਨਹੀਂ ਸੀ। ਹਰ ਆਦਮੀ ਬਿੰਦੇ ਬਿੰਦੇ ਇੱਕ ਨਜ਼ਰ ਉਸ ਵੱਲ ਵੇਖਣ ਲਈ ਮਜਬੂਰ ਸੀ। ਮੈਂ ਬਾਣੀਏ ਦੇ ਨਾਲ ਨਾਲ ਤੁਰਨ ਲੱਗਾ। ਕੁਝ ਦੇਰ ਤੁਰਨ ਤੋਂ ਬਾਅਦ ਮੈਂ ਬਾਣੀਏ ਨੂੰ ਪੁੱਛਿਆ, ਕਿੱਥੋਂ ਆ ਰਹੇ ਹੋ? ਕਿਤੋਂ ਵੀ ਆ ਰਿਹਾ ਹਾਂ, ਤੈਨੂੰ ਕੀ? ਬਾਣੀਏ ਨੇ ਬੜੀ ਰੁੱਖੀ ਸੁਰ 'ਚ ਕਿਹਾ। ਦੇਰ ਤੱਕ ਚੁੱਪ ਵਾਪਰੀ ਰਹੀ। ਆਖਰ ਮੈਂ ਫੇਰ ਹਿੰਮਤ ਕਰਕੇ ਪੁੱਛਿਆ, ਇਹ ਤੁਹਾਡੀ ਕੁੜੀ ਹੈ? ਹੋਰ ਕੀ ਤੇਰੀ ਹੈ? ਬਾਣੀਆ ਮੈਨੂੰ ਘੁਰਕ ਕੇ ਪਿਆ ਤੇ ਹੋਰ ਕੱਸ ਕੇ ਕੁੜੀ ਦਾ ਹੱਥ ਫੜ ਲਿਆ। ਉਸ ਕੁੜੀ ਨੇ ਵੀ ਮੇਰੇ ਵੱਲ ਵੇਖਿਆ ਜਿਵੇਂ ਝੀਲ 'ਚ 2 ਕਮਲ ਖਿੜ ਪਏ ਹੋਣ, ਜਿਵੇਂ ਝੀਲ 'ਚ ਪਾਣੀ ਹਲੋਰੇ ਲੈ ਰਿਹਾ ਹੋਵੇ, ਜਿਵੇਂ ਮੈਂ ਉਸ ਝੀਲ 'ਚ ਡੁੱਬਦਾ ਜਾ ਰਿਹਾ ਹਾਂ। ਸ਼ੈਂਪੇਨ ਵਾਂਗ ਛਲਕਦੀਆਂ ਹੋਈਆਂ ਉਹ ਨੀਲੀਆਂ ਸਵੱਛ ਸ਼ਰਾਬੀ ਅੱਖਾਂ। ਉਫ ਉਫ ਉਫ। ਮੈਂ ਘਬਰਾ ਕੇ ਮੂੰਹ ਦੂਜੇ ਪਾਸੇ ਕਰ ਲਿਆ। ਅਸਲ 'ਚ ਮੈਂ ਇਸ ਮਾਮਲੇ 'ਚ ਬੜਾ ਕਮਜ਼ੋਰ ਹਾਂ। ਹਾਜੀ ਬਰਕ ਮੀਆਂ ਸਾਰੇ ਗੱਲ ਜਾਣਦੇ ਨੇ ਤੇ ਆਪਣੇ ਦਿਲ ਵੀ ਪਛਾਣਦੇ ਨੇ। ਭਾਵੇਂ ਉਹ ਵੀ ਇਸ ਮਾਮਲੇ 'ਚ ਸਦਾ ਮੇਰੇ ਵਾਂਗ ਕਮਜ਼ੋਰੀ ਵਿਖਾਉਂਦੇ ਨੇ ਪਰ ਉਹ ਬੜੇ ਗੁੰਝਲਦਾਰ ਤੇ ਰਹੱਸਮਈ ਨੇ। ਹਮੇਸ਼ਾ ਆਪਣੀ ਕਮਜ਼ੋਰੀ ਲੁਕਾ ਲੈਂਦੇ ਨੇ ਤੇ ਮੈਂ ਗਧਾ ਬੇਵਕੂਫ ਹਾਂ। ਮੈਥੋਂ ਲੁਕਾਈ ਨਹੀਂ ਜਾਂਦੀ, ਇੱਥੇ ਹੀ ਮਾਰ ਖਾ ਜਾਂਦਾ। ਬਾਣੀਏ ਨੂੰ ਨਾਰਾਜ਼ ਵੇਖ ਕੇ ਮੈਂ ਉਸ ਨਾਲ ਹੋਰ ਗੱਲ ਕਰਨੀ ਠੀਕ ਨਾ ਸਮਝੀ ਪਰ ਇਹ ਦੇਖ ਦੇਖ ਕੇ ਸੜਦਾ ਰਿਹਾ ਕਿ ਉਸ ਕੁੜੀ ਦੇ ਇੱਕ ਪਾਸੇ ਇੱਕ ਸਿੱਖ ਨੌਜਵਾਨ ਤੁਰ ਰਿਹਾ ਸੀ। ਉਸ ਨੌਜਵਾਨ ਦਾ ਕੱਦ 6 ਫੁੱਟ ਨਾਲੋਂ ਵੱਧ ਹੋਏਗਾ। ਚਿਹਰੇ ਤੇ ਬੜੀ ਬਾਰੀਕ ਜਿਹੀ ਖੂਬਸੂਰਤ ਦਾੜੀ ਸੀ ਜਿਹੜੀ ਉਹਦੇ ਚਿਹਰੇ ਨੂੰ ਹੋਰ ਵੀ ਸੁੰਦਰ ਬਣਾ ਰਹੀ ਸੀ। ਇਹ ਨੌਜਵਾਨ ਤੇ ਬਾਣੀਏ ਦੀ ਕੁੜੀ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ। ਫਿਰ ਵੀ ਦੋਵੇਂ ਇਕੱਠੇ ਤੁਰ ਰਹੇ ਸਨ। ਭਾਵੇਂ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦੇ ਫਿਰ ਵੀ ਇੱਕ ਦੂਜੇ ਨੂੰ ਮਿੱਠੀਆਂ ਨਜ਼ਰਾਂ ਨਾਲ ਵੇਖ ਲੈਂਦੇ ਸਨ। ਥੋੜ੍ਹੀ ਦੇਰ ਤਾਂ ਮੈਂ ਸੜਦਾ ਕੁੜਦਾ ਰਿਹਾ ਪਰ ਜਦੋਂ ਮੈਂ ਮਨ ਹੀ ਮਨ ਆਪਣਾ ਤੇ ਸਿੱਖ ਦਾ ਮੁਕਾਬਲਾ ਕੀਤਾ ਤਾਂ ਆਪਣੇ ਆਪ ਨੂੰ ਹਰ ਪਾਸਿਓਂ ਕਮਜ਼ੋਰ ਮਹਿਸੂਸ ਕੀਤਾ। ਇਸ ਲਈ ਮੈਂ ਹਥਿਆਰ ਸੁੱਟ ਦਿੱਤੇ। ਇੱਕ ਆਹ ਭਰ ਕੇ ਆਖਰੀ ਵਾਰ ਉਸ ਕੁੜੀ ਵੱਲ ਦੇਖਿਆ ਤੇ ਕਾਹਲ ਨਾਲ ਅੱਗੇ ਵੱਧ ਗਿਆ ਤੇ ਅਗਲੀ ਟੋਲੀ 'ਚ ਸ਼ਾਮਲ ਹੋ ਗਿਆ। ਹੁਣ ਮੇਰੀ ਇਹ ਕੋਸ਼ਿਸ਼ ਸੀ ਕਿ ਆਪਣੀ ਜਾਣ ਪਛਾਣ ਦੇ ਕਿਸੇ ਆਦਮੀ ਨਾਲ ਮੁਲਾਕਾਤ ਹੋ ਜਾਏ ਜਾਂ ਕੋਈ ਆਪਣੇ ਪਿੰਡ ਦਾ ਆਦਮੀ ਮਿਲ ਜਾਏ ਜਿੱਥੋਂ ਆਪਣੇ ਘਰ ਵਾਲਿਆਂ ਦੀ ਜਾਂ ਆਪਣੀ ਬੀਵੀ ਬੱਚਿਆਂ ਦੀ ਖਬਰ ਮਿਲੇ। ਫਿਰ ਮੈਨੂੰ ਭੁੱਖ ਵੀ ਜ਼ੋਰਾਂ ਦੀ ਲੱਗੀ ਸੀ। ਜੇ ਉਸ ਆਦਮੀ ਕੋਲ ਰੋਟੀ ਹੋਈ ਤਾਂ ਮੈਂ ਇੱਕ ਅੱਧ ਰੋਟੀ ਵੀ ਉਹ ਤੋਂ ਮੰਗ ਲਵਾਂਗਾ ਪਰ ਕਾਫੀ ਲੱਭਣ ਤੋਂ ਬਾਅਦ ਵੀ ਮੈਨੂੰ ਕੋਈ ਅਜਿਹਾ ਆਦਮੀ ਨਾ ਮਿਲਿਆ ਤੇ ਮੈਂ ਇਸ ਕਾਫਲੇ ਤੋਂ ਵੀ ਨਿਰਾਸ਼ ਹੋ ਗਿਆ। ਦੁਪਹਿਰ ਵੇਲੇ ਕਾਫਲੇ ਨੇ ਇੱਕ ਖੁੱਲ੍ਹੇ ਮੈਦਾਨ 'ਚ ਆਰਾਮ ਕੀਤਾ। ਇੱਥੇ ਗੰਨੇ ਦੇ ਖੇਤ ਖਤਮ ਹੋ ਜਾਂਦੇ ਹੈ, ਦਰਿਆਈ ਘਾਹ ਸ਼ੁਰੂ ਹੋ ਜਾਂਦੀ ਹੈ। ਕੁਝ ਟਿੱਲੀਆਂ ਤੇ ਟਾਹਲੀਆਂ ਤੇ ਝੁੰਡ ਆਪਣੇ ਮਟਮੈਲੇ ਪੱਤਿਆਂ ਸਮੇਤ ਖੜੇ ਸਨ। ਦੂਰ ਰਾਵੀ ਦਾ ਕੰਢਾ ਨਜ਼ਰ ਆ ਰਿਹਾ ਸੀ। ਦਿਸ ਹੱਦ ਦੇ ਕੋਲ ਧੁੰਦਲਾ ਜਿਹਾ ਅਸਮਾਨ ਗੰਧਲਾ ਤੇ ਮਨਹੂਸ ਜਿਹਾ ਸੀ। ਧਰਤੀ ਸੁੱਕੀ ਤੇ ਚੁਰੜਾਈ ਜਿਹੀ ਦਿਸ ਰਹੀ ਸੀ। ਧੂੜ ਤੇ ਮਿੱਟੀ ਨਾਲ ਲੋਕਾਂ ਦੇ ਚਿਹਰੇ ਭਰੇ ਹੋਏ ਸਨ। ਲੋਕ ਅੱਖਾਂ ਤੇ ਹੱਥ ਦੀ ਛਾਂ ਕਰ ਕਰਕੇ ਡੇਰਾ ਬਾਬਾ ਨਾਨਕ ਵਾਲੇ ਪੁਲ ਦੇ ਅੰਦਾਜ਼ੇ ਲਾ ਰਹੇ ਸਨ ਪਰ ਪੁਲ ਨੂੰ ਪਤਾ ਨਹੀਂ ਕਿ ਧਰਤੀ ਨਿਗਲ ਗਈ ਸੀ ਜਾਂ ਅਸਮਾਨ। ਪੁਲ ਕਿਧਰੇ ਦਿਖਾਈ ਨਹੀਂ ਦੇ ਰਿਹਾ ਸੀ। ਉਹ ਸਾਰੇ ਜਣੇ ਪੁਲ ਦੀ ਭਾਲ 'ਚ ਆਏ ਸਨ। ਕਾਫਲੇ ਦੇ ਲੀਡਰਾਂ ਨੇ ਸਥਿਤੀ ਦੇਖ ਕੇ ਅੰਦਾਜ਼ਾ ਲਾਇਆ ਕਿ ਇਹ ਲੋਕ ਰਸਤਾ ਭਟਕ ਗਏ ਨੇ। ਹੁਣ ਉਸ ਪੁਲ ਤੱਕ ਪਹੁੰਚਣ ਲਈ 3 ਮੀਲ ਪੱਛਮ ਵੱਲ ਜਾ ਕੇ ਸੱਜਿਓਂ ਖੱਬੇ ਮੁੜ ਕੇ 5 ਮੀਲ ਹੋਰ ਤੁਰਨਾ ਪਏਗਾ ਤਾਂ ਕਿਤੇ ਜਾ ਕੇ ਪੁਲ ਆਏਗਾ। ਸੋ ਸਾਰੇ ਜਣੇ ਖਾਣਾ ਖਾ ਲੈਣ।
ਲੋਕ 2 4 10 20 ਦੇ ਟੋਲਿਆਂ 'ਚ ਬੈਠ ਕੇ ਖਾਣਾ ਖਾਣ ਲੱਗੇ। ਕਾਫਲੇ ਦੇ ਹਿੰਦੂ ਤੇ ਸਿੱਖ ਨੌਜਵਾਨ ਇੱਧਰ ਉੱਧਰ ਪਹਿਰਾ ਦੇਣ ਲੱਗੇ। ਡਾਂਗਾਂ, ਛੁਰਿਆਂ, ਸੇਲਿਆਂ, ਕਿਰਪਾਨਾਂ, ਗੰਡਾਸਿਆਂ ਤੇ ਦੇਸੀ ਬੰਦੂਕਾਂ ਨਾਲ ਲੈਸ। ਕੁਝ ਲੋਕਾਂ ਕੋਲ ਪਿਸਤੌਲ ਵੀ ਸਨ। ਕੁਝ ਲੋਕ ਉਂਝ ਹੀ ਡੰਡੇ ਚੁੱਕੀ ਕੁਸੈਲੀਆਂ ਨਜ਼ਰਾਂ ਨਾਲ ਦਿਸ ਹੱਦੇ ਵੱਲ ਵੇਖ ਰਹੇ ਸਨ। ਪਰ ਉਸ ਦਿਖਾਵਟੀ ਗੁੱਸੇ ਤੇ ਕੁਸੈਲੀਆਂ ਨਜ਼ਰਾਂ ਦੇ ਬਾਵਜੂਦ ਸਾਰਿਆਂ ਦੇ ਦਿਲ ਅੰਦਰੋਂ ਸਹਿਮੇ ਹੋਏ ਸਨ। ਕਦੀ ਕਦੀ ਅੱਖਾਂ 'ਚੋਂ ਇੱਕ ਚੋਰ ਜਿਹੀ ਤੇ ਡਰੀ ਹੋਈ ਝਲਕਦੀ ਨਜ਼ਰ ਪੈਂਦੀ ਸੀ। ਉਹ ਦਿਲਾਂ ਦਾ ਸਾਰਾ ਰਹੱਸ ਖੋਲ੍ਹ ਦਿੰਦੀ ਸੀ। ਮੈਥੋਂ ਰਿਹਾ ਨਾ ਗਿਆ। ਮੈਂ ਫਿਰ ਉਸ ਬਾਣੀਏ ਤੇ ਉਹਦੀ ਕੁੜੀ ਕੋਲ ਆ ਗਿਆ। ਯਾਨੀ ਉਸ ਟੋਲੀ 'ਚ ਬੈਠੇ ਉਹ ਖਾਣਾ ਖਾ ਰਹੇ ਸੀ। ਉਹ ਕੁੜੀ ਚੁੱਪਚਾਪ ਆਪਣੇ ਪਿਓ ਕੋਲ ਬੈਠੀ ਖਾਣਾ ਖਾ ਰਹੀ ਸੀ। ਉਸ ਵੱਲ ਪਿੱਠ ਕਰੀ ਬੈਠਾ ਉਹ ਸੁਨੱਖਾ ਤੇ ਰੋਬੀਲਾ ਸਿੱਖ ਨੌਜਵਾਨ ਬੜੀ ਲਾਪਰਵਾਹੀ ਨਾਲ ਆਪਣਾ ਖਾਣਾ ਖਾਣ 'ਚ ਮਗਨ ਸੀ। ਭੀੜ ਖਾਸੀ ਸੀ, ਜਗ੍ਹਾ ਬੜੀ ਘੱਟ ਸੀ, ਇਸ ਲਈ ਉਹ ਸੋਹਣੀ ਕੁੜੀ ਦੀ ਪਿੱਠ ਉਸ ਨੌਜਵਾਨ ਦੀ ਪਿੱਠ ਨਾਲ ਲੱਗੀ ਹੋਈ ਸੀ। ਪਤਾ ਨਹੀਂ ਕਈਆਂ ਬਿਜਲੀਆਂ ਇਸ ਵੇਲੇ ਦੋਵਾਂ ਦੇ ਸਰੀਰ 'ਚ ਦੌੜ ਰਹੀਆਂ ਹੋਣਗੀਆਂ। ਮੈਂ ਮੱਚ ਕੇ ਸੋਚਿਆ, ਪਰ ਇਹ ਤੋਂ ਅੱਗੇ ਕੁਛ ਨਾ ਸੋਚ ਸਕਿਆ। ਭੁੱਖ ਨੇ ਬੇਹਾਲ ਕਰ ਦਿੱਤਾ ਸੀ। ਮੈਂ 2-3 ਜਣਿਆਂ ਤੋਂ ਖਾਣਾ ਮੰਗਿਆ, ਪਰ ਕਿਸੇ ਨਾ ਦਿੱਤਾ। ਆਖਰ ਸਰਦਾਰ ਲਹਿਣਾ ਸਿੰਘ ਤੇ ਉਹਦੀ ਪਤਨੀ ਨੇ ਮੈਨੂੰ ਆਪਣੇ ਨਾਲ ਖਾਣੇ 'ਚ ਸ਼ਾਮਲ ਕਰ ਲਿਆ। ਇਹ ਸਭ ਤੋਂ ਵੱਧ ਹੈਂਕੜੀ ਦਿਖਾਉਣ ਵਾਲਾ ਉਹੀ ਧਨੀ ਜ਼ਿਮੀਂਦਾਰ ਪਰਿਵਾਰ ਸੀ ਜਿਹੜਾ ਬਲਦ ਗੱਡੀ 'ਤੇ ਸਫ਼ਰ ਕਰ ਰਿਹਾ ਸੀ। ਉਹਦੇ ਬੱਚੇ ਇਸ ਮੌਕੇ ਵੀ ਆਪਣੀ ਅਮੀਰੀ ਦਾ ਸਬੂਤ ਦੇ ਰਹੇ ਸਨ, ਜਿਵੇਂ ਕਿਸੇ ਬਲਦ ਗੱਡੀ 'ਚ ਨਹੀਂ, ਵਿਊ ਕਾਰ 'ਚ ਸਫ਼ਰ ਕਰ ਰਹੇ ਹੋਣ। ਅਸੀਂ ਸਾਰੇ ਅਜੇ ਖਾਣਾ ਖਾ ਹੀ ਰਹੇ ਸੀ ਕਿ ਅਚਾਨਕ ਟਿੱਬਿਆਂ ਪਿੱਛੋਂ ਧੂੜ ਦਾ ਇੱਕ ਤੂਫਾਨ ਉੱਠਦਾ ਨਜ਼ਰ ਆਇਆ। ਪਹਿਰੇ ਵਾਲਿਆਂ ਨੇ ਰੌਲਾ ਪਾਇਆ ਤੇ ਲੋਕ ਆਪੋ ਆਪਣਾ ਖਾਣਾ ਛੱਡ ਕੇ ਭੱਜੇ। ਅਮੀਰ ਜ਼ਿਮੀਂਦਾਰ ਦੇ ਬੱਚੇ ਬਲਦ ਗੱਡੀ 'ਚ ਖੜੇ ਰੋਣ ਲੱਗੇ ਤੇ ਉਹਨਾਂ ਦੀਆਂ ਮਾਵਾਂ ਦੁਹੱਥੜਾ ਮਾਰ ਛਾਤੀਆਂ ਪਿੱਟਣ ਲੱਗੀਆਂ। ਲਹਿਣਾ ਸਿੰਘ ਨੇ ਆਪਣੀ ਪਤਨੀ ਤੋਂ ਆਪਣਾ ਹੱਥ ਛੁਡਾ ਲਿਆ ਤੇ ਉਹਨੂੰ ਕਿਹਾ, ਆਪਣੇ ਹੱਥਾਂ ਦੀਆਂ ਚੂੜੀਆਂ ਤੋੜ ਦੇ। ਪਤਨੀ ਨੇ ਜ਼ੋਰ ਨਾਲ ਵੀਣੀ ਤੇ ਮੁੱਕਾ ਮਾਰ ਕੇ ਕੱਚ ਦੀਆਂ ਚੂੜੀਆਂ ਤੋੜ ਦਿੱਤੀਆਂ। ਲਹਿਣਾ ਸਿੰਘ ਨੇ ਆਪਣੇ ਬੁੱਲ੍ਹ ਘੁੱਟ ਕੇ ਕਿਹਾ, ਸਮਝ ਲੈ ਅੱਜ ਤੋਂ ਤੇਰਾ ਆਦਮੀ ਮਰ ਗਿਆ। ਪਤਨੀ ਦੀਆਂ ਅੱਖਾਂ 'ਚ ਅੱਥਰੂ ਆ ਗਏ, ਪਰ ਉਹ ਮੂੰਹੋਂ ਕੁਝ ਨਾ ਬੋਲੀ। ਲਹਿਣਾ ਸਿੰਘ ਕਿਰਪਾਨ ਉਗਾਸਦਾ ਹੋਇਆ ਮੁਸਲਮਾਨਾਂ ਦਾ ਮੁਕਾਬਲਾ ਕਰਨ ਲਈ ਪਹਿਰੇਦਾਰਾਂ ਨਾਲ ਚਲਾ ਗਿਆ। ਪਤਨੀ ਗੰਢੜੀ ਸਿਰ 'ਤੇ ਚੁੱਕੀ ਖੜੀ ਉਹਨੂੰ ਦੇਖਦੀ ਰਹੀ। ਬਾਣੀਏ ਨੇ ਘਬਰਾ ਕੇ ਆਪਣਾ ਮਾਲ ਸਮੇਟਿਆ ਤੇ ਫਿਰ ਚੀਕ ਕੇ ਬੋਲਿਆ, ਹਾਏ ਮੇਰੀ ਕੁੜੀ ਜਮਨਾ। ਪਰ ਜਮਨਾ ਨੂੰ ਉਹ ਸਿੱਖ ਨੌਜਵਾਨ ਆਪਣੀਆਂ ਬਾਹਾਂ 'ਚ ਚੁੱਕੀ ਗੰਨੇ ਦੇ ਖੇਤਾਂ ਵੱਲ ਨੱਸਿਆ ਜਾ ਰਿਹਾ ਸੀ। ਬਾਣੀਏ ਨੇ ਚੀਕ ਕੇ ਫਰਿਆਦ ਕੀਤੀ, ਪਰ ਉਸ ਵੇਲੇ ਸਭ ਨੂੰ ਆਪੋ ਆਪਣੀ ਪਈ ਸੀ। ਮੁਸਲਮਾਨਾਂ ਨੇ ਕਾਫਲੇ 'ਤੇ ਹਮਲਾ ਕਰ ਦਿੱਤਾ ਸੀ। ਸਾਰੇ ਲੋਕ ਆਪਣੀ ਜਾਨ ਬਚਾਉਣ ਦੀ ਫਿਕਰ 'ਚ ਇੱਧਰ ਉੱਧਰ ਭੱਜ ਰਹੇ ਸੀ। ਕਿਸੇ ਨੂੰ ਕੀ ਪਈ ਸੀ ਕਿ ਆਪਣੀ ਜਾਨ ਬਚਾਉਣ ਦੀ ਬਜਾਏ ਉਸ ਬਾਣੀਏ ਦੀ ਕੁੜੀ ਦੀ ਇੱਜ਼ਤ ਬਚਾਉਂਦਾ। ਮੈਂ ਵੀ ਇੱਕ ਪਾਸੇ ਵੱਲ ਭੱਜਿਆ। ਪਹਿਲਾਂ ਤਾਂ ਮੈਦਾਨ ਤੋਂ ਨਦੀ ਵੱਲ ਭੱਜਿਆ, ਪਰ ਟਾਹਲੀਆਂ ਦੇ ਝੁੰਡ ਪਿੱਛੋਂ ਮੁਸਲਮਾਨ ਹਮਲਾਵਰ ਆ ਰਹੇ ਸੀ, ਇਸ ਲਈ ਮੈਂ ਦੂਜੇ ਪਾਸੇ ਭੱਜ ਪਿਆ। ਪਰ ਜਦੋਂ ਹਮਲਾਵਰ ਆਪਣੇ ਘੋੜੇ ਦੌੜਾਉਂਦੇ ਹੋਏ ਨਦੀ ਵਾਲਾ ਰਾਹ ਵੀ ਰੋਕਣ ਲੱਗੇ ਤਾਂ ਮੈਂ ਉੱਧਰੋਂ ਪਲਟ ਕੇ ਹਫਦਾ ਹੌਂਕਦਾ ਹੋਇਆ ਗੰਨਿਆਂ ਦੇ ਖੇਤ ਵੱਲ ਹੋ ਲਿਆ। ਅਜੇ ਖੇਤਾਂ 'ਚ ਪਹੁੰਚ ਨਹੀਂ ਸਕਿਆ ਸੀ ਕਿ ਹਮਲਾਵਰ ਨਿਕਲ ਆਏ ਤੇ ਇੱਕ ਮੁਸਲਮਾਨ ਨੇ ਆਪਣਾ ਸੇਲਾ ਮੇਰੀ ਛਾਤੀ 'ਤੇ ਰੱਖ ਦਿੱਤਾ। ਉਹ ਘੜੀ ਮੈਨੂੰ ਯਾਦ ਹੈ, ਕਦੀ ਨਹੀਂ ਭੁੱਲਦੀ ਤੇ ਨਾ ਭੁੱਲੇਗੀ। ਸੇਲਾ ਮੇਰੀ ਛਾਤੀ 'ਤੇ ਸੀ। ਮੇਰੇ ਚਾਰੇ ਪਾਸੇ ਮੁਸਲਮਾਨ ਹਮਲਾਵਰ ਖੜੇ ਸੀ। ਉਹਨਾਂ ਦੇ ਪਿੱਛੇ ਇੱਕ ਲੰਮੇ ਉੱਚੇ ਘੋੜੇ 'ਤੇ ਇੱਕ ਸਵਾਰ ਆਪਣੀ ਪੱਗ ਦੇ ਲੜ ਨਾਲ ਆਪਣਾ ਅੱਧਾ ਮੂੰਹ ਲੁਕਾਈ ਰਕਾਬਾਂ 'ਚ ਪੈਰ ਪਾਈ ਬੈਠਾ ਸੀ। ਯਕਦਮ ਹੱਥ ਉੱਚਾ ਕਰਕੇ ਤੇ ਮੁਸਕਰਾ ਕੇ ਉਸ ਸਵਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਹੱਸਦਿਆਂ ਹੋਇਆਂ ਕਿਹਾ, ਕੀ ਤਕਦੀਰ ਏ ਸਾਡੀ ਵੀ। ਸਾਰੀ ਉਮਰ ਕਮਿਊਨਿਸਟ ਬਣ ਕੇ ਪਾਕਿਸਤਾਨ ਲਈ ਪ੍ਰੋਪੇਗੰਡਾ ਕਰਦੇ ਰਹੇ, ਮੁਸਲਮਾਨਾਂ ਦੀ ਆਜ਼ਾਦੀ ਦੇ ਹੱਕ ਲਈ ਲੜਦੇ ਰਹੇ। ਅੱਜ ਜਦੋਂ ਪਾਕਿਸਤਾਨ ਬਣ ਗਿਆ ਤੇ ਇਹ ਸੇਲੇ ਸਾਡੀ ਹਿੱਕ 'ਤੇ ਹੀ ਰੱਖੇ ਜਾ ਰਹੇ ਨੇ। ਪਤਾ ਨਹੀਂ ਕਿਸ ਤਰ੍ਹਾਂ ਇਹ ਸ਼ਬਦ ਮੇਰੇ ਮੂੰਹੋਂ ਨਿਕਲੇ। ਉਹ ਕਿਹੜੀ ਤਾਕਤ ਸੀ ਜਿਹਨੇ ਮੈਥੋਂ ਇਹ ਸ਼ਬਦ ਅਖਵਾਏ, ਕਿਉਂਕਿ ਨਾ ਤਾਂ ਮੈਂ ਕਦੀ ਕਮਿਊਨਿਸਟ ਸੀ, ਨਾ ਮੈਂ ਅੱਜ ਤੱਕ ਕਿਸੇ ਰਾਜਨੀਤਿਕ ਅੰਦੋਲਨ 'ਚ ਹਿੱਸਾ ਲਿਆ ਸੀ। ਮੈਂ ਤਾਂ ਖਾਂਦਾ ਪੀਂਦਾ ਖੁਸ਼ਹਾਲ ਆਦਮੀ ਸੀ, ਜਿਹਦੇ ਹਿੰਦੂ ਮੁਸਲਮਾਨ ਸਿੱਖ ਸਾਰੇ ਦੋਸਤ ਸੀ। ਸਾਰੇ ਇਸੇ ਤਰ੍ਹਾਂ ਦੇ ਸੀ। ਅਸੀਂ ਲੋਕ ਲਾਹੌਰ 'ਚ ਆਪੋ ਆਪਣਾ ਕਾਰੋਬਾਰ ਕਰਦੇ ਸੀ ਤੇ ਸ਼ਾਮ ਨੂੰ ਚਾਰੇ ਪੰਜੇ ਇਕੱਠੇ ਹੋ ਕੇ ਐਸ਼ ਕਰਦੇ ਸੀ। ਸਾਡਾ ਰਾਜਨੀਤੀ ਨਾਲ ਕੀ ਰਿਸ਼ਤਾ? ਰਾਜਨੀਤਿਕ ਅੰਦੋਲਨਾਂ 'ਚ ਸਾਡੀ ਦਿਲਚਸਪੀ ਜ਼ੁਬਾਨੀ ਬਹਿਸਾਂ, ਅਖਬਾਰੀ ਝਗੜਿਆਂ ਤੇ ਕਿਤਾਬੀ ਅਧਿਐਨ ਤੱਕ ਸੀਮਤ ਸੀ। ਇਹ ਤਾਂ ਨੰਗੇ ਭੁੱਖੇ ਲੋਕਾਂ ਦੀਆਂ ਗੱਲਾਂ ਨੇ। ਫਿਰ ਕਿਸ ਤਰ੍ਹਾਂ ਮੇਰੇ ਦਿਮਾਗ ਨੇ ਇਸ ਘੜੀ ਮੇਰੀ ਜਾਨ ਬਚਾਉਣ ਦਾ ਇਹ ਆਖਰੀ ਬਹਾਨਾ ਜਾਂ ਜ਼ਰੀਆ ਲੱਭ ਲਿਆ ਸੀ, ਮੈਂ ਇਸ ਬਾਰੇ ਅੱਜ ਵੀ ਸੋਚ ਕੇ ਥੱਕ ਜਾਂਦਾ। ਹਾਂ, ਇੰਨਾ ਜਾਣਦਾ ਕਿ ਮੇਰੇ ਇਹਨਾਂ ਸ਼ਬਦਾਂ ਦਾ ਉਸ ਟੋਲੇ ਦੇ ਘੋੜਸਵਾਰ ਸਰਦਾਰ 'ਤੇ ਬਿਜਲੀ ਵਾਂਗ ਅਸਰ ਹੋਇਆ। ਉਹਨੇ ਤਿੱਖੀਆਂ ਨਜ਼ਰਾਂ ਨਾਲ ਮੇਰੇ ਚੁੱਪ ਸਿੱਥਲ ਮੁਸਕਰਾਉਂਦੇ ਹੋਏ ਚਿਹਰੇ ਵੱਲ ਦੇਖਿਆ ਤੇ ਫਿਰ ਉਹਨੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ, ਇਹਨੂੰ ਛੱਡ ਦਿਓ। ਮੁਸਲਮਾਨ ਨੇ ਸੇਲਾ ਮੇਰੀ ਛਾਤੀ ਤੋਂ ਹਟਾ ਲਿਆ ਤੇ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੇ ਹੋਏ ਉਹ ਲੋਕ ਅੱਗੇ ਵੱਧ ਗਏ ਤੇ ਕਾਫਲੇ 'ਤੇ ਹੱਲਾ ਬੋਲ ਦਿੱਤਾ। ਜਿਵੇਂ ਹੀ ਮੈਂ ਆਪਣੇ ਆਪ ਨੂੰ ਇਕੱਲਾ ਦੇਖਿਆ, ਮੈਂ ਅੰਨ੍ਹੇਵਾਹ ਪੁੱਠੇ ਪੈਰੀਂ ਭੱਜ ਗਿਆ। ਕਿਵੇਂ ਭੱਜਿਆ, ਕਿੱਧਰ ਨੂੰ ਭੱਜਿਆ, ਕਿਸ ਪਾਸੇ ਭੱਜਿਆ, ਇਹ ਅੱਜ ਵੀ ਨਹੀਂ ਜਾਣਦਾ। ਇੰਨਾ ਜਾਣਦਾ ਕਿ ਮੈਂ ਅੰਨ੍ਹੇਵਾਹ ਭੱਜਿਆ ਸੀ। ਮੈਂ ਗੰਨਿਆਂ ਦੇ ਖੇਤਾਂ 'ਚੋਂ ਲੰਘਦਾ ਰਿਹਾ।
ਮੈਂ ਖੇਤਾਂ ਦੀਆਂ ਵੱਟਾਂ 'ਤੇ ਨੱਸਦਾ ਰਿਹਾ, ਮੈਂ ਟੋਇਆਂ 'ਚ ਡਿੱਗਦਾ ਰਿਹਾ, ਟਿੱਬਿਆਂ 'ਤੇ ਚੜ੍ਹਦਾ ਰਿਹਾ, ਖਾਲਿਆਂ 'ਚੋਂ ਲੰਘਦਾ ਰਿਹਾ, ਰੇਲਵੇ ਲਾਈਨ ਦੇ ਨਾਲ ਨਾਲ ਭੱਜਦਾ ਰਿਹਾ, ਇੱਕ ਸ਼ਿਕਾਰ ਕੀਤੇ ਜਾ ਰਹੇ ਜਾਨਵਰ ਵਾਂਗ ਆਪਣੇ ਮਨ ਤੇ ਤਨ ਦੀ ਪੂਰੀ ਵਾਹ ਲਾ ਕੇ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ ਸੀ। ਕਿਸ ਪਾਸੇ ਭੱਜ ਰਿਹਾ ਸੀ, ਕਿਉਂ ਭੱਜ ਰਿਹਾ ਸੀ, ਕਿੰਜ ਭੱਜ ਰਿਹਾ ਸੀ, ਕਿੰਨੀ ਦੇਰ ਤੱਕ ਭੱਜਦਾ ਰਿਹਾ, ਇਹਨਾਂ ਸਾਰੀਆਂ ਗੱਲਾਂ ਬਾਰੇ ਮੈਂ ਅੱਜ ਵੀ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇੰਨਾ ਯਾਦ ਹੈ, ਜਦੋਂ ਸ਼ਾਮ ਹੋਈ ਤਾਂ ਮੈਂ ਆਪਣੇ ਆਪ ਨੂੰ ਅਚਾਨਕ ਦਰਬਾਰ ਸਾਹਿਬ ਕਰਤਾਰਪੁਰ ਦੇ ਗੁਰਦੁਆਰੇ ਦੇ ਸਾਹਮਣੇ ਵੇਖਿਆ। ਗੁਰਦੁਆਰੇ ਦੇ ਵੱਡੇ ਦਰਵਾਜ਼ੇ 'ਤੇ ਇੱਕ ਲੋਹੇ ਦਾ ਜੰਦਰਾ ਲੱਗਾ ਸੀ। ਦਰਵਾਜ਼ੇ ਦੇ ਇੱਕ ਪਾਸੇ ਲੱਕੜ ਦੇ ਇੱਕ ਵੱਡੇ ਤੇ ਪੁਰਾਣੇ ਤਖਤ-ਪੋਸ਼ 'ਤੇ ਇੱਕ ਬੁੱਢਾ ਸਿੱਖ ਤੇ ਉਹਦੀ ਬੁੱਢੀ ਘਰਵਾਲੀ ਬੈਠੇ ਉੱਚੀ ਉੱਚੀ ਆਵਾਜ਼ 'ਚ ਗੁਰਬਾਣੀ ਦਾ ਪਾਠ ਕਰ ਰਹੇ ਸੀ। ਮੈਨੂੰ ਦੇਖ ਕੇ ਉਹ ਇੱਕ ਪਲ ਲਈ ਚੁੱਪ ਹੋ ਗਏ। ਮੈਂ ਉਹਨਾਂ ਨੂੰ ਦੇਖ ਕੇ ਰੁਕ ਗਿਆ। ਬਾਬਾ ਜੀ, ਤੁਸੀਂ ਇੱਥੇ ਕਿਉਂ ਬੈਠੇ ਹੋ? ਮੈਂ ਉਸ ਬੁੱਢੇ ਸਿੱਖ ਨੂੰ ਪੁੱਛਿਆ। ਕੀ ਤੁਹਾਨੂੰ ਕੁਝ ਪਤਾ ਨਹੀਂ? ਸਾਨੂੰ ਸਭ ਪਤਾ ਹੈ ਪੁੱਤਰ, ਉਸ ਬੁੱਢੇ ਸਿੱਖ ਨੇ ਪੂਰੇ ਸਹਿਜ ਨਾਲ ਕਿਹਾ। ਫਿਰ ਵੀ ਅਸੀਂ ਇਸ ਲਈ ਬੈਠੇ ਹਾਂ ਕਿ ਜਾਈਏ ਤਾਂ ਜਾਈਏ ਕਿੱਥੇ? ਸਾਡੀ ਕੋਈ ਔਲਾਦ ਨਹੀਂ, ਕੋਈ ਬਾਲ ਬੱਚਾ ਨਹੀਂ, ਦੂਰ ਦੂਰ ਤੱਕ ਕੋਈ ਰਿਸ਼ਤੇਦਾਰ ਨਹੀਂ, ਕੋਈ ਜਾਇਦਾਦ ਨਹੀਂ, ਕੋਈ ਘਰ ਨਹੀਂ। ਅਸੀਂ ਦੋਵਾਂ ਸਾਰੀ ਉਮਰ ਜਿਸ ਗੁਰੂ ਦੇ ਚਰਨਾਂ 'ਚ ਬੈਠ ਕੇ ਕੱਟੀਏ, ਉੱਥੇ ਹੀ ਰਹਾਂਗੇ, ਉੱਥੇ ਹੀ ਮਰਾਂਗੇ। ਇਹਨਾਂ ਕਹਿ ਕੇ ਉਹ ਦੋਵੇਂ ਫਿਰ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਨ ਲੱਗੇ। ਮੈਂ ਨੀਵੀਂ ਪਾ ਕੇ ਉੱਥੋਂ ਤੁਰ ਪਿਆ। ਗੁਰਦੁਆਰੇ ਦੇ ਚਾਰੇ ਪਾਸੇ ਘੁੰਮਿਆ, ਕਿਧਰੇ ਕੋਈ ਇਨਸਾਨ ਦਿਖਾਈ ਨਾ ਦਿੱਤਾ। ਤੇ ਹੁਣ ਤਾਂ ਰਾਤ ਗੂੜੀ ਹੁੰਦੀ ਜਾ ਰਹੀ ਸੀ, ਕਿਤੇ ਕੋਈ ਰਸਤਾ ਵੀ ਨਜ਼ਰ ਨਹੀਂ ਸੀ ਆਉਂਦਾ ਪਿਆ। ਗੁਰਦੁਆਰੇ ਦੇ ਨੇੜੇ ਇੱਕ ਵੱਡਾ ਸਾਰਾ ਖੂਹ ਸੀ। ਮੈਂ ਉਹਦੀ ਮੰਡ 'ਤੇ ਚੜ੍ਹ ਗਿਆ ਤੇ ਰਹਿਟ ਦਾ ਸਹਾਰਾ ਲੈ ਕੇ ਖੂਹ ਅੰਦਰ ਉਤਰ ਗਿਆ। ਮੈਂ ਦੋਵਾਂ ਹੱਥਾਂ ਨਾਲ ਰਹਿਟ ਦੇ ਡੱਬਿਆਂ ਦੀ ਕੜੀ ਨੂੰ ਫੜ ਲਿਆ ਤੇ ਆਪਣੇ ਸਰੀਰ ਨੂੰ ਡੱਬਿਆਂ ਦੇ ਸਹਾਰੇ ਢਿੱਲਾ ਛੱਡ ਦਿੱਤਾ। ਠੰਡੇ ਠੰਡੇ ਡੱਬਿਆਂ ਦੀ ਛੋਹ ਮੇਰੇ ਥੱਕੇ ਹੋਏ ਸਰੀਰ ਨੂੰ ਬੜੀ ਭਲੀ ਲੱਗੀ। ਮੈਂ ਉਸ ਖੂਹ 'ਚ ਉਹਨਾਂ ਡੱਬਿਆਂ 'ਤੇ ਪਿਆ ਪਿਆ ਸੌਂ ਗਿਆ। ਕਿਵੇਂ ਸੁੱਤਾ, ਕਦੋਂ ਤੱਕ ਸੁੱਤਾ ਰਿਹਾ, ਇਹ ਮੈਂ ਨਹੀਂ ਜਾਣਦਾ। ਹਾਂ, ਜਦੋਂ ਉੱਠਿਆ ਤਾਂ ਸਵੇਰ ਹੋ ਚੁੱਕੀ ਸੀ। ਸੂਰਜ ਦਾ ਚਾਨਣ ਖੂਹ 'ਚ ਝਾਕ ਰਿਹਾ ਸੀ ਤੇ ਖੂਹ ਦੀ ਮੰਡ 'ਤੇ ਬੈਠੀ ਰੂਮੀ ਕੁੱਤੀ ਅਸਮਾਨ ਵੱਲ ਮੂੰਹ ਚੁੱਕ ਚੁੱਕ ਕੇ ਰੋ ਰਹੀ ਸੀ। ਮੈਂ ਖੂਹ ਤੋਂ ਬਾਹਰ ਨਿਕਲਿਆ ਤੇ ਗੁਰਦੁਆਰੇ ਦੇ ਦਰਵਾਜ਼ੇ ਵੱਲ ਤੁਰ ਪਿਆ। ਬਾਹਰ ਲੱਕੜ ਦੇ ਤਖਤ-ਪੋਸ਼ 'ਤੇ ਉਹ ਬੁੱਢਾ ਸਿੱਖ ਤੇ ਉਹਦੀ ਘਰਵਾਲੀ ਮਰੇ ਪਏ ਸਨ। ਪਤਾ ਨਹੀਂ ਕਦੋਂ ਤੇ ਰਾਤ ਦੇ ਕਿਸ ਪਹਿਰ ਹਮਲਾਵਰਾਂ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਸੀ। ਅੰਗ 7ਵਾਂ। ਗੁਰਦੁਆਰੇ ਤੋਂ ਕੁਝ ਫਰਲਾਂਗ ਅੱਗੇ ਜਾ ਕੇ ਰਸਤਾ ਸਾਫ਼ ਸੀ। ਹੁਣ ਰਾਵੀ ਦਾ ਕਿਨਾਰਾ ਸਾਫ਼ ਨਜ਼ਰ ਆਉਣ ਲੱਗ ਪਿਆ ਸੀ ਤੇ ਨਦੀ ਦਾ ਪੁਲ ਵੀ। ਟਾਵਾਂ ਟਾਵਾਂ ਰਿਫਿਊਜੀ ਵੀ ਦੌੜਦਾ ਹੋਇਆ ਨਦੀ ਵੱਲ ਜਾਂਦਾ ਦਿਖਾਈ ਦੇਣ ਲੱਗਾ। ਉਹਨਾਂ 'ਚ ਮੈਂ ਜਮਨਾ ਨੂੰ ਦੇਖਿਆ, ਪਰ ਜਮਨਾ ਦੇ ਨਾਲ ਹੁਣ ਉਹ ਸਿੱਖ ਨੌਜਵਾਨ ਨਹੀਂ ਸੀ। ਇੱਕ ਗੋਰਾ ਚਿੱਟਾ ਲਾਲ ਲਾਲ ਗੱਲਾਂ ਵਾਲਾ ਪਿਸ਼ਾਵਰੀ ਨੌਜਵਾਨ ਸੀ ਤੇ ਉਹਨੇ ਜਮਨਾ ਦਾ ਹੱਥ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਜਮਨਾ ਨੇ ਇੱਕ ਛਿਣ ਲਈ ਮੇਰੇ ਵੱਲ ਦੇਖਿਆ, ਫਿਰ ਨੀਵੀਂ ਪਾ ਲਈ। ਉਹਦੀਆਂ ਅੱਖਾਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ। ਮੈਂ ਜਮਨਾ ਨੂੰ ਪੁੱਛਿਆ, ਤੇਰੇ ਪਿਤਾ ਦਾ ਕੀ ਹੋਇਆ? ਮਰ ਗਿਆ। ਤੇ ਉਹ ਵੀ ਮਰ ਗਿਆ। ਜਮਨਾ ਨੇ ਗਰਦਨ ਹੋਰ ਨੀਵੀਂ ਝੁਕਾ ਲਈ। ਉਹ ਪਿਸ਼ਾਵਰੀ ਨੌਜਵਾਨ ਲੱਕ ਨਾਲ ਲਟਕਦੇ ਪਿਸਤੌਲ 'ਤੇ ਹੱਥ ਰੱਖਦਾ ਹੋਇਆ ਮੇਰੇ ਵੱਲ ਵੇਖ ਕੇ ਬੋਲਿਆ, ਚਲੋ ਅੱਗੇ ਵਧੋ, ਅੱਗੇ, ਬੇਕਾਰ ਜੀਆਂ ਗੱਲਾਂ ਨਾ ਕਰੋ। ਮੈਂ ਕਾਹਲ ਨਾਲ ਉਹਨਾਂ ਵੱਲੋਂ ਵੱਖ ਹੋ ਕੇ ਅੱਗੇ ਨਿਕਲ ਗਿਆ। ਰੂਮੀ ਮੇਰੇ ਪਿੱਛੇ ਪਿੱਛੇ ਆ ਰਹੀ ਸੀ। ਮੈਂ 2-3 ਵਾਰੀ ਉਹਨੂੰ ਦੁਤਕਾਰਿਆ, ਫਿਰ ਵੀ ਉਹ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦੀ ਤੇ ਪਿਆਰ ਨਾਲ ਪੂਛ ਹਿਲਾਉਂਦੀ ਹੋਈ ਮੇਰੇ ਪਿੱਛੇ ਪਿੱਛੇ ਆਉਂਦੀ ਰਹੀ। ਨਦੀ ਹੁਣ ਮੇਰੇ ਨੇੜੇ ਆਉਂਦੀ ਜਾ ਰਹੀ ਸੀ। ਰਾਵੀ ਦਾ ਪੁਲ ਵੀ ਸਾਹਮਣੇ ਸਾਫ਼ ਦਿਖਾਈ ਦੇ ਰਿਹਾ ਸੀ, ਪਰ ਮੈਂ ਪੁਲ ਤੋਂ ਲੰਘਣਾ ਠੀਕ ਨਾ ਸਮਝਿਆ। ਪੁਲ 'ਤੇ ਪਾਕਿਸਤਾਨੀ ਕੰਢੇ 'ਤੇ ਮੁਸਲਮਾਨ ਹਮਲਾਵਰਾਂ ਦੀ ਭੀੜ ਸੀ ਤੇ ਪੁਲ ਦੇ ਹਿੰਦੁਸਤਾਨੀ ਕੰਢੇ 'ਤੇ ਹਿੰਦੂ ਹਮਲਾਵਰਾਂ ਨੇ ਡੇਰਾ ਲਾਇਆ ਸੀ। ਸਿਰਫ ਪੁਲ 'ਤੇ ਫੌਜ ਦਾ ਪਹਿਰਾ ਸੀ, ਜਿਹਦੀ ਕਮਾਨ ਇੱਕ ਅੰਗਰੇਜ਼ ਅਫਸਰ ਦੇ ਹੱਥ ਸੀ, ਪਰ ਉਹਦਾ ਕੰਮ ਸਿਰਫ ਇੰਨਾ ਸੀ ਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਕਾਫਲਿਆਂ ਨੂੰ ਵਾਰੀ-ਵਾਰੀ ਪੁਲ ਤੋਂ ਜਾਨ ਤੇ ਮਾਲ ਦੀ ਸੁਰੱਖਿਆ ਦੇ ਨਾਲ ਲੰਘ ਜਾਣ ਦੇ। ਪਾਕਿਸਤਾਨ 'ਚ ਕੀ ਹੁੰਦਾ ਜਾਂ ਹਿੰਦੁਸਤਾਨ 'ਚ ਕੀ ਹੁੰਦਾ, ਉਹਦਾ ਉਹ ਜ਼ਿੰਮੇਵਾਰ ਨਹੀਂ ਸੀ। ਹੁਣ ਮੈਂ ਨਦੀ ਦੇ ਕੰਢੇ 'ਤੇ ਖੜਾ ਸੀ। ਕੰਢੇ ਦੇ ਉਸ ਪਾਰ ਜਾਨ ਦੀ ਖੈਰ ਸੀ। ਸਾਹਮਣੇ ਕੰਢੇ 'ਤੇ ਮੈਨੂੰ ਸੈਂਕੜੇ ਤੰਬੂ ਤੇ ਕਨਾਤਾਂ ਨਜ਼ਰ ਆ ਰਹੀਆਂ ਸਨ। ਹਜ਼ਾਰਾਂ ਲੋਕ ਨਦੀ ਕਿਨਾਰੇ ਧੁੱਪ 'ਚ ਬੈਠੇ ਜਾ ਪਏ ਸਨ। ਕੁਝ ਲੋਕ ਨਹਾ ਰਹੇ ਸੀ, ਬੱਚੇ ਰੇਤੇ ਦੀਆਂ ਘੋੜੀਆਂ ਬਣਾ ਰਹੇ ਸੀ ਤੇ ਖੁਸ਼ੀ ਨਾਲ ਕਿਲਕਾਰੀਆਂ ਮਾਰਦੇ ਇੱਕ ਦੂਜੇ ਦੇ ਪਿੱਛੇ ਭੱਜ ਰਹੇ ਸੀ। ਸਾਹਮਣੇ ਕੰਢੇ 'ਤੇ ਸਲਾਮਤੀ ਸੀ ਤੇ ਇੱਕ ਨਵੇਂ ਜੀਵਨ ਦੀ ਜ਼ਮਾਨਤ ਵੀ। ਤੇ ਮੈਂ ਇਸ ਕੰਢੇ ਉੱਪਰ ਮੌਤ ਤੇ ਜ਼ਿੰਦਗੀ ਦੇ ਵਿਚਾਲੇ ਖੜਾ ਸੋਚ ਰਿਹਾ ਸੀ ਕਿ ਉਸ ਕੰਢੇ ਤੱਕ ਕਿਵੇਂ ਪਹੁੰਚਾਂ। ਜੇ ਪੁਲ ਰਾਹੀਂ ਜਾਣਾ ਤਾਂ ਰਸਤੇ 'ਚ ਮੁਸਲਮਾਨਾਂ ਦੇ ਮੋਰਚੇ 'ਚੋਂ ਲੰਘਣਾ ਪਏਗਾ, ਤੇ ਜਿਹੜੀ ਜਾਨ ਨੂੰ ਹੁਣ ਤੱਕ ਕਿਵੇਂ ਨਾ ਕਿਵੇਂ ਬਚਾ ਕੇ ਮੈਂ ਨਦੀ ਦੇ ਕੰਢੇ ਤੱਕ ਲੈ ਆਇਆ ਸੀ, ਉਹਨੂੰ ਹੁਣ ਹੋਰ ਸੰਕਟ 'ਚ ਪਾਉਣ ਲਈ ਤਿਆਰ ਨਹੀਂ ਸੀ। ਰੂਮੀ ਮੇਰੀਆਂ ਲੱਤਾਂ 'ਚ ਖੜੀ ਟੌਂ ਟੌਂ ਕਰਨ ਲੱਗੀ। ਮੈਂ ਉਹਨੂੰ ਲੱਤ ਮਾਰ ਕੇ ਕਿਹਾ, ਚਲੀ ਜਾ, ਭੱਜ ਜਾ, ਵਾਪਸ ਚਲੀ ਜਾ। ਪਰ ਕੁੱਤੀ ਉੱਥੇ ਖੜੀ ਕੂੰ ਕੂੰ ਕਰਦੀ ਰਹੀ।
ਸੋਚ ਕੇ ਅਖੀਰ 'ਚ ਮੈਂ ਆਪਣੀ ਹਿੰਮਤ ਸਮੇਟੀ, ਆਪਣੇ ਕੱਪੜੇ ਲਾਏ, ਅੱਖਾਂ ਮੀਟ ਕੇ ਨਦੀ 'ਚ ਛਾਲ ਮਾਰਤੀ। ਦੂਜੇ ਕੰਢੇ 'ਤੇ ਕਈ ਜਣੇ ਮੈਨੂੰ ਨਦੀ 'ਚ ਛਾਲ ਮਾਰਦਿਆਂ ਵੇਖ ਕੇ ਕੂਕੇ, ਦੌੜੋ ਦੌੜੋ, ਉਹ ਵਿਚਾਰਾ ਹਿੰਦੂ ਡੁੱਬ ਰਿਹਾ, ਉਹਨੂੰ ਬਚਾਓ। ਮੈਂ ਨਦੀ 'ਚ ਤੈਰਨ ਲੱਗਾ। ਰੂਮੀ ਕਿਨਾਰੇ 'ਤੇ ਖੜੀ ਸੀ, ਕੁਝ ਛਿਣ ਚੁੱਪ ਖੜੀ ਰਹੀ। ਉਹਦੇ ਅੰਦਰ ਜੰਗ ਛਿੜ ਪਈ ਸੀ, ਸ਼ਾਇਦ ਕਿ ਉਹ ਮੇਰਾ ਸਾਥ ਦਏ ਜਾਂ ਆਪਣੇ ਬੱਚਿਆਂ ਦਾ, ਜਿਹੜੇ ਉਹਦੇ ਢਿੱਡ 'ਚ ਸਨ। ਉਹਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਕੂੰ ਕੂੰ ਕਰ ਰਹੀ ਸੀ, ਮੁੜ ਜਾ ਰੂਮੀ, ਵਾਪਸ ਚਲੀ ਜਾ। ਪਰ ਰੂਮੀ ਨੇ ਨਦੀ 'ਚ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਸੀ, ਫਿਰ ਵੀ ਰੂਮੀ ਆਪਣੀ ਪੂਰੀ ਤਾਕਤ ਲਾ ਰਹੀ ਸੀ, ਮੇਰੇ ਪਿੱਛੇ ਪਿੱਛੇ ਆਉਣ ਲਈ ਤੈਰ ਰਹੀ ਸੀ। ਉਹਦੀ ਛੋਟੀ ਜਿਹੀ ਬੂਥੀ ਪਾਣੀ 'ਚੋਂ ਜ਼ਰਾ ਕੁ ਬਾਹਰ ਨਿਕਲੀ ਹੋਈ ਸੀ। ਉਹਦੀਆਂ ਫੈਲੀਆਂ ਅੱਖਾਂ 'ਚ ਭੈ ਤੇ ਆਤੰਕ ਦੇ ਨਾਲ ਇੱਕ ਅਜੀਬ ਜਿਹੀ ਮਜ਼ਬੂਤੀ, ਜ਼ਿੱਦ, ਹੌਸਲਾ ਤੇ ਬਹਾਦਰੀ ਦੀ ਝਲਕ ਸੀ। ਮੈਂ ਚੀਕ ਕੇ ਕਿਹਾ, ਰੂਮੀ ਵਾਪਸ ਚਲੀ ਜਾ, ਮੇਰੇ ਪਿੱਛੇ ਨਾ। ਪਰ ਰੂਮੀ ਆਪਣੀ ਪੂਰੀ ਤਾਕਤ ਨਾਲ ਮੇਰੇ ਪਿੱਛੇ ਪਿੱਛੇ ਤੈਰਦੀ ਰਹੀ। ਫਿਰ ਪਾਣੀ ਦੀ ਜ਼ੋਰਦਾਰ ਛੱਲ ਆਈ ਤੇ ਰੂਮੀ ਡੁੱਬਣ ਲੱਗੀ। ਪਹਿਲਾਂ ਮੈਂ ਰੂਮੀ ਨੂੰ ਆਪਣੇ ਤੋਂ ਦੂਰ ਜਾਂਦਿਆਂ ਦੇਖਿਆ, ਛੱਲਾਂ ਦੇ ਖਿਲਾਫ ਹੱਥ ਪੈਰ ਮਾਰਦਿਆਂ ਦੇਖਿਆ। ਫਿਰ ਉਹਦੀ ਬੂਥੀ ਡੁੱਬ ਗਈ, ਉਹਦੀਆਂ ਅੱਖਾਂ ਡੁੱਬ ਗਈਆਂ, ਅਖੀਰ 'ਚ ਉਹਦੇ ਕੰਨ ਡੁੱਬ ਗਏ ਤੇ ਲੋਟਣੀਆਂ ਖਾਂਦੀ ਹੋਈ ਦੇਹ ਪਾਣੀ ਦੀਆਂ ਛੱਲਾਂ ਹੇਠ ਲੋਪ ਹੋ ਗਈ। ਤੂੰ ਮਰਨਾ ਸੀ ਰੂਮੀ, ਤੂੰ ਮੇਰਾ ਸਾਥ ਦੇਣਾ ਸੀ। ਜਦੋਂ ਸਾਰੇ ਸਾਥ ਛੱਡ ਗਏ, ਜਦੋਂ ਦੇਸ਼ ਨੇ ਸਾਥ ਛੱਡ ਦਿੱਤਾ, ਧਰਤੀ ਨੇ ਤੇ ਗਲੀ ਨੇ, ਖਾਨਦਾਨ ਨੇ ਤੇ ਘਰ ਵਾਲਿਆਂ ਨੇ ਤੇ ਯਾਰਾਂ ਮਿੱਤਰਾਂ ਨੇ ਵੀ ਸਾਥ ਛੱਡ ਦਿੱਤਾ, ਜਦੋਂ ਉਸ ਧਰਤੀ 'ਤੇ ਵੀ ਆਪਣੀ ਸਾਂਝ ਮੁਕਾਤੀ ਜਿਸ ਨਾਲ ਹਜ਼ਾਰਾਂ ਵਰ੍ਹਿਆਂ ਤੋਂ ਅਸੀਂ ਪਿਆਰ ਦਾ ਰਿਸ਼ਤਾ ਜੋੜਿਆ ਹੋਇਆ ਸੀ, ਤਾਂ ਕੀ ਤੇਰੇ ਵਰਗੀ ਤੁੱਛ ਕੁੱਤੀ ਨਹੀਂ ਮੇਰਾ ਸਾਥ ਦੇਣਾ ਸੀ? ਇਹ ਦਿਖਾਉਣ ਲਈ, ਇਹ ਅਹਿਸਾਸ ਕਰਾਉਣ ਲਈ ਕਿ ਅੱਜ ਵੀ ਕੁਦਰਤ ਦੇ ਦਿਲ 'ਚ ਮੁਹੱਬਤ ਏ, ਅੱਜ ਵੀ ਕੁਦਰਤ ਪਿਆਰ ਤੇ ਵਫਾ ਦਾ ਪਾਠ ਸਿਖਾਉਂਦੀ ਏ। ਬੇਵਕੂਫੇ, ਅਣਜਾਣੇ, ਮੂਰਖ ਕੁੱਤੀਏ, ਕਿਸ ਖਾਤਰ ਤੂੰ ਆਪਣੀ ਜਾਨ ਖਤਮ ਕਰ ਦਿੱਤੀ? ਕਿਸ ਹੀਣ ਨਿਗੁਣੇ ਇਨਸਾਨ ਲਈ ਆਪਣੇ ਬੱਚਿਆਂ ਦੀ ਬਲੀ ਦਿੱਤੀ? ਉਸ ਇਨਸਾਨ ਲਈ ਜਿਹੜਾ ਆਪ ਆਪਣੇ ਪੰਧ ਤੋਂ ਹਟ ਚੁੱਕਿਆ ਹੈ, ਆਪਣੇ ਫਰਜ਼ ਭੁੱਲ ਚੁੱਕਿਆ ਹੈ, ਅਤਿਆਚਾਰ ਤੇ ਜ਼ੁਲਮੋ ਸਿਤਮ ਦੇ ਲਹੂ ਨਾਲ ਆਪਣੇ ਭਵਿੱਖ ਨੂੰ ਲਹੂ ਲੁਹਾਨ ਕਰ ਰਿਹਾ ਹੈ। ਰੂਮੀ ਮਰ ਗਈ ਤੇ ਉਹਦੇ ਨਾਲ ਸ਼ਾਇਦ ਇੱਕ ਯੁੱਗ ਮਰ ਗਿਆ, ਇੱਕ ਸੰਸਕ੍ਰਿਤੀ ਮਰ ਗਈ, ਇੱਕ ਕਹਾਣੀ ਮਿਟ ਗਈ, ਇਤਿਹਾਸ ਦਾ ਇੱਕ ਪੰਨਾ ਪਲਟ ਗਿਆ ਤੇ ਮੇਰੀਆਂ ਅੱਖਾਂ 'ਚ ਅੱਥਰੂ ਵਹਿਣ ਲੱਗੇ। ਮੈਨੂੰ ਇਹ ਸੁੱਧ ਨਾ ਰਹੀ ਕਿ ਮੈਂ ਅੱਥਰੂਆਂ ਦੀ ਧਾਰ 'ਚ ਤੈਰ ਰਿਹਾ ਜਾਂ ਪਾਣੀ ਦੀ ਧਾਰ 'ਚ। ਕਿਸ ਤਰ੍ਹਾਂ ਮੈਂ ਦੂਜੇ ਕਿਨਾਰੇ 'ਤੇ ਪਹੁੰਚਿਆ ਇਹ ਵੀ ਯਾਦ ਨਹੀਂ। ਸ਼ਾਇਦ ਅੱਥਰੂਆਂ ਦੀ ਇਹੋ ਧਾਰ ਮੈਨੂੰ ਵਹਾ ਕੇ ਦੂਜੇ ਕਿਨਾਰੇ 'ਤੇ ਲੈ ਗਈ ਸੀ। ਸ਼ਾਇਦ ਮਰਨ ਵੇਲੇ ਰੂਮੀ ਨੇ ਆਪਣੀ ਤਾਕਤ ਮੈਨੂੰ ਦੇ ਦਿੱਤੀ ਸੀ। ਮੈਨੂੰ ਬਸ ਇੰਨਾ ਯਾਦ ਹੈ ਕਿ ਜਦੋਂ ਮੈਂ ਦੂਜੇ ਕਿਨਾਰੇ 'ਤੇ ਨੇੜੇ ਪਹੁੰਚਿਆ, ਕੁਝ ਨੌਜਵਾਨਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਕਿਨਾਰੇ 'ਤੇ ਖਿੱਚ ਲਿਆ। ਫਿਰ ਇੱਕ ਔਰਤ ਨੇ ਕਿਹਾ, ਹੈ ਇਹ ਤਾਂ ਬਿਲਕੁਲ ਨੰਗਾ ਹੈ। ਇਹ ਕਹਿ ਕੇ ਉਸ ਔਰਤ ਨੇ ਆਪਣਾ ਦੁਪੱਟਾ ਮੇਰੇ ਨੰਗੇ ਸਰੀਰ 'ਤੇ ਪਾ ਦਿੱਤਾ। ਫਿਰ ਮੈਂ ਬੇਹੋਸ਼ ਹੋ ਗਿਆ। ਧੰਨਵਾਦ।